ਕੇਂਦਰ ਸਰਕਾਰ ਖਿਲਾਫ ਇੱਕ ਵਾਰ ਮੁੜ ਤੋਂ ਕਿਸਾਨਾਂ ਵੱਲੋਂ ਮੋਰਚਾ ਖੋਲ੍ਹ ਦਿੱਤਾ ਗਿਆ। ਰੇਲ ਰੋਕੋ ਅੰਦੋਲਨ ਦੇ ਤਹਿਤ ਅੱਜ ਫਾਜ਼ਿਲਕਾ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਜੰਕਸ਼ਨ ਤੇ ਰੇਲ ਗੱਡੀ ਨੂੰ ਰੋਕਿਆ ਗਿਆ ਅਤੇ ਰੇਲ ਪਟੜੀਆਂ ਤੇ ਬੈਠ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਧਰਨੇ ਕਾਰਨ ਰੇਲ ਗੱਡੀਆਂ ਵੀ ਪ੍ਰਭਾਵਿਤ ਹੋਈਆਂ ਹਨ, ਜਿਸ ਨਾਲ ਮੁਸਾਫਰਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। 31 ਜੁਲਾਈ ਨੂੰ ਜੋ ਸੰਯੁਕਤ ਕਿਸਾਨ ਮੋਰਚਾ ਦੀ ਕਾਲ ਤੇ ਦੇਸ਼ ਭਰ ਦੇ ਵਿੱਚ ਰੇਲਾਂ ਦਾ ਜਿਹੜਾ ਚੱਕਾ ਜਾਮ ਕੀਤਾ ਗਿਆ, ਸੋ ਲਖੀਮਪੁਰ ਖੀਰੀ ਦੇ ਵਿੱਚ ਜਿਹੜੇ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ, ਉਸ ਅਜੇ ਮਿਸ਼ਰਾ ਟਹਿਣੀ ਦੇ ਬੇਟੇ ਵੱਲੋਂ ਕਿਸਾਨਾਂ ਨੂੰ ਗੱਡੀ ਥੱਲੇ ਦਰੜ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਸੋ ਜਿਹੜੇ ਮੁਲਜ਼ਮ ਨੇ ਅਜੇ ਵੀ ਜਿਹੜੇ ਬਾਹਰ ਘੁੰਮ ਰਹੇ ਨੇ, ਸੋ ਉਹਨਾਂ ਨੂੰ ਸ਼ਹੀਦਾਂ ਨੂੰ ਇਨਸਾਫ ਦਿਵਾਉਣ ਲਈ ਔਰ ਨਾਲ ਦੀ ਨਾਲ ਜਿਹੜਾ ਸਰਕਾਰ ਨੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਕਿ MSP ਤੇ ਜਲਦੀ ਜਿਹੜਾ ਕਮੇਟੀ ਬਣਾ ਕੇ ਕਾਨੂੰਨ ਬਣਾਇਆ ਜਾਊਗਾ, ਸੋ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਔਰ ਨਾਲ ਦੀ ਨਾਲ ਜਿਹੜੇ ਇੱਕ ਮੈਂ ਕਹਾਂਗਾ ਸਾਡੇ ਨੌਜਵਾਨ ਕਿਸਾਨਾਂ ਦੇ ਪੁੱਤ ਜਿਹੜੇ ਫੌਜ ਦੇ ਵਿੱਚ ਭਰਤੀ ਹੁੰਦੇ ਆ, ਸੋ ਅਗਨੀਪਥ ਜਿਹੜੀ ਸਕੀਮ ਲਿਆ ਕੇ ਮੈਂ ਕਹਾਂਗਾ ਫੌਜ ਦਾ ਪ੍ਰਾਈਵੇਟੇਸ਼ਨ ਕਰਨ ਦੀ ਜਿਹੜੀ ਤਿਆਰੀ ਕੀਤੀ ਹੈ, ਉਹਦੇ ਖਿਲਾਫ ਅਸੀਂ ਦੇਸ਼ ਭਰ ਦੇ ਵਿੱਚ ਕਿਸਾਨ ਮਜ਼ਦੂਰ ਕਿਰਤੀ ਨੌਜਵਾਨ ਜਿਹੜੇ ਇਕੱਠੇ ਹੋ ਕੇ ਅੱਜ ਰੇਲਾਂ ਦਾ ਜਿਹੜਾ ਚੱਕਾ ਉਹ ਜਾਮ ਇੱਥੇ ਕਰ ਰਹੇ ਆ। ਕਿਹੜੀਆਂ ਰੇਲਾਂ ਨੇ, ਕਿਹੜੀ ਥਾਂ ਹੈ ਜਿੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਜੀ? ਪੂਰੇ ਪੰਜਾਬ ਦੇ ਵਿੱਚ ਔਰ ਦੇਸ਼ ਦੀਆਂ ਵੱਖ-ਵੱਖ ਜਿਹੜੀਆਂ ਸਟੇਟਾਂ ਉਹਨਾਂ ਦੇ ਵਿੱਚ ਜਿਹੜਾ ਅੱਜ ਰੇਲਾਂ ਦਾ ਚੱਕਾ ਜਾਮ ਜਿਹੜਾ ਪੂਰਨ ਰੂਪ ਤੇ ਕੀਤਾ ਗਿਆ। ਲੱਗਦਾ ਨਹੀਂ ਕਿ ਆਮ ਲੋਕਾਂ ਨੂੰ ਵੀ ਕੋਈ ਪਰੇਸ਼ਾਨੀ ਝੱਲਣੀ ਪਏਗੀ? ਜਿਵੇਂ ਰੇਲ ਰੋਕੋ ਦਾ ਤੁਸੀਂ ਮੈਸੇਜ ਦਿੱਤਾ ਤੇ ਕਈ ਰੇਲਾਂ ਵੀ ਪ੍ਰਭਾਵਿਤ ਹੋਈਆਂ ਹੋਣਗੀਆਂ ਇਹਦੇ ਨਾਲ। ਦੇਖੋ, ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ, ਹੱਥ ਜੋੜ ਕੇ ਅਪੀਲ ਕੀਤੀ ਹੈ, ਕਿਉਂਕਿ ਇੱਕ ਸ਼ੇਰ ਹੈ, ਨੀਤੀ ਘਾੜਿਆਂ ਨੇ ਦੇਸ਼ ਉਜਾੜਿਆ, ਸ਼ੌਂਕ ਨਹੀਂ ਸੀ ਸਾਨੂੰ ਸੜਕਾਂ ਤੇ ਆਉਣ ਦਾ, ਸਾਨੂੰ ਇੱਕ ਮਜਬੂਰੀ ਹੈ, ਅਸੀਂ ਸੜਕਾਂ ਤੇ ਬੈਠਦੇ ਹਾਂ, ਰੇਲਵੇ ਟਰੈਕਾਂ ਤੇ ਬੈਠਦੇ ਹਾਂ। ਸਮੇਂ-ਸਮੇਂ ਦੇ ਜਿਹੜੇ ਸਰਕਾਰਾਂ ਉਹ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਦਬਾਉਣ ਦਾ ਕੰਮ ਕਰਦੀਆਂ ਰਹੀਆਂ, ਅਸੀਂ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਇੱਥੇ ਜਿਹੜੇ ਰੇਲਵੇ ਟਰੈਕਾਂ ਤੇ ਬੈਠੇ ਆ। ਸਾਡਾ ਕੋਈ ਸ਼ੌਂਕ ਨਹੀਂ, ਸਾਡੀ ਇੱਕ ਬਹੁਤ ਵੱਡੀ ਜਿਹੜੀ ਮਜਬੂਰੀ ਹੈ। ਕੋਈ ਗੱਲਬਾਤ ਹੋਈ ਸਰਕਾਰ ਦੇ ਨਾਲ ਇਹਨਾਂ ਮੁੱਦਿਆਂ ਨੂੰ ਲੈ ਕੇ, ਜਿਹੜੇ ਜਿਵੇਂ ਤੁਸੀਂ ਕਹਿ ਰਹੇ ਹੋ MSP ਦਾ ਹੋਵੇ, ਚਾਹੇ ਅਜੇ ਮਿਸ਼ਰਾ ਟਹਿਣੀ ਦੀ ਗੱਲ ਹੋਵੇ ਜਾਂ ਹੋਰ ਮੁੱਦੇ ਜਿਵੇਂ ਅਗਨੀਪਥ ਯੋਜਨਾ ਹੋਵੇ, ਇਸ ਨੂੰ ਲੈ ਕੇ ਕੋਈ ਟੇਬਲ ਟਾਕ ਹੋਈ ਜਾਂ ਸਰਕਾਰ ਨਾਲ ਕੋਈ ਗੱਲਬਾਤ ਹੋਈ? ਸਰਕਾਰ ਨੇ ਜਿਹੜੀ ਕਮੇਟੀ ਬਣਾਉਣ ਦੀ ਗੱਲ ਕਹੀ ਸੀ, ਦੇਖੋ ਜਿੰਨੀ ਦੇਰ ਤੱਕ ਜਿਹੜੇ ਕਿਸਾਨ ਹੈ, ਖੇਤੀ ਮਾਹਿਰ ਹੈ, ਸਾਡੇ ਆਗੂ ਹੈ, ਜਿੰਨੀ ਦੇਰ ਤੱਕ ਉਹ ਹੀ ਕਮੇਟੀ ਦੇ ਵਿੱਚ ਸ਼ਾਮਲ ਨਾ ਹੋਣਗੇ, ਸੋ ਕਮੇਟੀ ਨੂੰ ਅਸੀਂ ਕਿਵੇਂ ਜਿਹੜੀ ਪੂਰਨ ਕਮੇਟੀ ਉਹ ਮੰਨ ਸਕਦੇ ਹਾਂ। ਸੋ ਉਹਨਾਂ ਨੇ ਆਪਦੇ ਜਿਹੜੇ ਮੈਂਬਰ ਹੈ ਵਿੱਚ ਸ਼ਾਮਲ ਕਰਕੇ ਉਹ ਕਮੇਟੀ ਬਣਾਈ ਗਈ ਹੈ, ਜਿਹੜੀ ਸਾਨੂੰ ਨਾ ਮਨਜ਼ੂਰ ਹੈ। ਸੋ ਅਸੀਂ ਇਹੀ ਸਰਕਾਰ ਦੇ ਅੱਗੇ ਬੇਨਤੀ ਕਰਨਾ ਚਾਹੁੰਦੇ ਹਾਂ, ਤੁਰੰਤ ਜਿਹੜਾ MSP ਤੇ ਕਮੇਟੀ ਬਣਾ ਕੇ ਜਲਦੀ ਜਿਹੜਾ MSP ਦਾ ਕਾਨੂੰਨ ਜਿਹੜਾ ਬਣਾਇਆ ਜਾਵੇ, ਤਾਂ ਜੋ ਕਿਸਾਨਾਂ ਦਾ ਜਿਹੜਾ ਜੀਵਨ ਪੱਧਰ ਹੈ ਥੋੜਾ ਉੱਚਾ ਹੋ ਸਕੇ। ਅਗਲਾ ਸਟੈਪ ਕੀ ਰਹੇਗਾ ਜੇ ਨਹੀਂ ਸੁਣਵਾਈ ਹੁੰਦੀ ਜਾਂ ਕਿਸੇ ਤਰ੍ਹਾਂ ਦਾ ਹੱਲ ਨਹੀਂ ਨਿਕਲਦਾ, ਤੁਹਾਡੀਆਂ ਮੰਗਾਂ ਹੱਲ ਨਹੀਂ ਹੁੰਦੀਆਂ ਜਿਵੇਂ ਤੁਹਾਡੇ ਰੋਸ਼ ਹੈ, ਤਾਂ ਅਗਲਾ ਕੀ ਰਹੇਗਾ? ਦੇਖੋ, ਪੂਰੇ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਕਿਰਤੀਆਂ ਨੂੰ ਨਾਲ ਲੈ ਕੇ, ਨੌਜਵਾਨਾਂ ਨੂੰ ਨਾਲ ਲੈ ਕੇ ਅਸੀਂ ਫਿਰ ਤੋਂ ਦੁਬਾਰਾ ਜਿਹੜਾ ਦਿੱਲੀ ਦਾ ਜਿਹੜਾ ਵੱਡਾ ਸੰਘਰਸ਼ ਅਸੀਂ ਫਿਰ ਵਿੱਢਾਂਗੇ, ਦਿੱਲੀ ਵੱਲ ਨੂੰ ਜਿਹੜੇ ਚਾਲੇ ਪਾਵਾਂਗੇ। ਜਿਵੇਂ ਪਿਛਲੇ ਦਿਨੀ ਅਸੀਂ ਮੋਦੀ ਸਰਕਾਰ ਦੇ ਖਿਲਾਫ ਜਿਹੜਾ 3 ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜਾ ਉੱਥੇ ਮੋਰਚਾ ਲਾਇਆ ਸੀ ਅਣਮਿੱਥੇ ਸਮੇਂ ਨਹੀਂ, ਉਸੇ ਤਰ੍ਹਾਂ ਅਸੀਂ ਆਉਣ ਵਾਲੇ ਸਮੇਂ ਦੇ ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ, ਆਉਣ ਵਾਲੇ ਸਮੇਂ ਦੇ ਸਾਰੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨਾਲ ਲੈ ਕੇ ਅਸੀਂ ਵੱਡਾ ਇੱਕ ਸੰਘਰਸ਼ ਕਰਾਂਗੇ। ਲੱਗਦਾ ਨਹੀਂ ਰਾਜਨੀਤੀ ਪਾਰਟੀ ਦੇ ਚੋਣਾਂ ਲੜਨ ਤੋਂ ਬਾਅਦ ਤੁਹਾਡੀ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਮੋਰਚਿਆਂ ਨੂੰ ਢਾਹ ਲੱਗੀ ਹੈ? ਕਿਉਂਕਿ ਕਈ ਜਥੇਬੰਦੀਆਂ ਤੁਹਾਡੇ ਤੋਂ ਅੱਡ ਵੀ ਦੇਖੋ, ਉਹ ਤੁਹਾਡੇ ਧਿਆਨ ਦੇ ਚ, ਲੋਕਾਂ ਦੇ ਧਿਆਨ ਚ ਨਹੀਂ, ਉਹ ਕੁਝ ਜਥੇਬੰਦੀਆਂ ਇਹੋ ਜਿਹੀਆਂ ਸੀ, ਉਹ ਪਹਿਲਾਂ ਵੀ ਇਲੈਕਸ਼ਨਾਂ ਜਿਹੜੀਆਂ ਲੜਦੀਆਂ ਸੀ, ਪਰ ਲੋਕਾਂ ਦੇ ਧਿਆਨ ਚ ਨਹੀਂ ਸੀ। ਪਰ ਗੱਲ ਹੈ ਵੀ ਉਹਨਾਂ ਨੇ ਵੀ ਇਸ ਚੀਜ਼ ਦਾ ਪਛਤਾਵਾ ਕੀਤਾ। ਅੱਜ ਸਾਰੇ ਇੱਕੋ ਪਲੇਟਫਾਰਮ ਤੇ ਇਕੱਠੇ ਹੋ ਕੇ ਅਸੀਂ ਫਿਰ ਜਿਹੜੀ ਉਹ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਅਸੀਂ ਲੜ ਰਹੇ ਹਾਂ। ਥੈਂਕ ਯੂ। ਆਪਣਾ? ਮੇਰਾ ਨਾਮ ਸੁਰਿੰਦਰ ਢੰਡੀ ਹੈ ਜੀ। ਇਹ ਗੱਡੀ ਕਿਉਂ ਰੋਕੀ ਗਈ ਹੈ ਜੀ? ਗੱਡੀ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਸੀ ਕਿ ਜਿਹੜਾ ਇੱਕ ਲਖੀਮਪੁਰ ਖੀਰੀ ਦੇ ਜਿਹੜੇ ਕਾਤਲ ਨੇ, ਉਹਨਾਂ ਦੇ ਜਿਹੜੇ ਸਾਡੇ ਗਵਾਹ ਨੇ, ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਔਰ ਸਰਕਾਰ ਦਾ ਬੜਾ ਉਹਦੇ ਤੇ ਉਹਨਾਂ ਤੇ ਅਤਿਆਚਾਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਦੂਸਰਾ, ਜਿਹੜਾ ਸਾਡੇ ਨਾਲ ਮੰਨੀ ਸੀ ਸੈਂਟਰ ਦੀ ਸਰਕਾਰ ਦੀ ਜਿਹੜੀ MSP ਤੇ ਕਮੇਟੀ ਬਣਾਈ ਹੈ, ਉਹਦੇ ਵਿੱਚ ਕਿਸਾਨ ਜਿਹੜੇ ਨੇ ਉਹ ਮੰਨ ਲਓ ਵਿੱਚ ਸ਼ਾਮਲ ਕਰਾਂਗੇ, ਉਹ ਉਲਟ ਸਾਡੇ ਬਣਾਤੀ। ਮੰਨ ਲਓ ਬਿਲਕੁਲ ਸਾਡੇ ਜਿਹੜੇ ਸੰਯੁਕਤ ਕਿਸਾਨ ਮੋਰਚੇ ਜਿੰਨੇ ਵੀ ਜਥੇਬੰਦੀਆਂ ਸੀ, ਉਹਨਾਂ ਦੇ ਇੱਕ ਵੀ ਨੁਮਾਇੰਦਾ ਨਾ ਲੈ ਕੇ ਜਿਹੜੀ ਪਹਿਲਾਂ ਦੀ ਤਰ੍ਹਾਂ ਜਿਵੇਂ ਮੰਨ ਲਓ ਆਪਦੀ ਮਰਜ਼ੀ ਦੇ ਨਾਲ ਜਿਹੜੇ ਕਾਨੂੰਨ ਕਿਸਾਨਾਂ ਦੇ ਖਿਲਾਫ ਲੈ ਕੇ ਆਏ ਸੀ, ਉਸੇ ਤਰ੍ਹਾਂ ਹੀ ਸਾਡੇ
ਖਿਲਾਫ ਇੱਕ ਐਮਐਸਪੀ ਜਿਹੜੀ ਬਣਾਉਣ ਦੀ ਕਮੇਟੀ ਉਹ ਬਣਾਈ ਹੈ, ਉਹਦੇ ਵਿਰੋਧ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ 11 ਵਜੇ ਤੋਂ ਲੈ ਕੇ ਜਿਹੜਾ 3 ਵਜੇ ਤੱਕ ਜਿਹੜਾ ਰੇਲ ਰੋਕਣ ਦਾ ਅਸੀਂ ਜਿਹੜਾ ਪ੍ਰਦਰਸ਼ਨ ਕਰ ਰਹੇ ਹਾਂ। ਲੱਗਦਾ ਨਹੀਂ ਕਿ ਯਾਤਾਯਾਤ ਬੰਦ ਹੋਣ ਨਾਲ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਏਗੀ ਜਿਸ ਤਰ੍ਹਾਂ ਗੱਡੀਆਂ ਰੁਕੀਆਂ ਨੇ ਜੀ? ਬਿਲਕੁਲ, ਇਹ ਤਾਂ ਬੜਾ ਵੱਡਾ ਜਿਹੜੇ ਰਾਹਗੀਰ ਨੇ ਉਹਨਾਂ ਤੇ ਮਤਲਬ ਪਰੇਸ਼ਾਨੀ ਹੋਏਗੀ, ਪਰ ਜੇ ਇਹ ਕਾਨੂੰਨ ਜਾਂ ਐਮਐਸਪੀ ਕਮੇਟੀ ਜਾਂ ਉਹ ਜਿਹੜੇ ਦੋਸ਼ੀ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਲੜਾਈ ਲੜਨ ਵਾਲਾ ਨਹੀਂ ਨਿਤਰੇਗਾ। ਇਸ ਵਾਸਤੇ ਰਾਜ ਪਾਂਧੀਆਂ ਨੂੰ ਅਸੀਂ ਪਹਿਲਾਂ ਰਿਕੁਐਸਟ ਕੀਤੀ ਸੀ ਕਿਸਾਨ ਸੰਯੁਕਤ ਮੋਰਚੇ ਵੱਲੋਂ ਵੀ ਜਿਹੜੀ ਸਾਡੀ 11 ਵਜੇ ਤੋਂ ਲੈ ਕੇ 3 ਵਜੇ ਤੱਕ ਉਹ ਨਾ ਕਿ ਰੇਲ ਤੇ ਚੜ੍ਹ ਕੇ ਨਹੀਂ, ਦੇਸ਼ ਨੂੰ ਬਚਾਉਣ ਖਾਤਰ ਉਹ ਸਾਡੇ ਨਾਲ ਇਸ ਪ੍ਰਦਰਸ਼ਨ ਇਸ ਧਰਨੇ ਦੇ ਵਿੱਚ ਸ਼ਾਮਲ ਹੋਣ। ਕਿੰਨੀਆਂ ਗੱਡੀਆਂ ਜਿਹੜੀਆਂ ਇਸ ਜੰਕਸ਼ਨ ਤੋਂ ਪ੍ਰਭਾਵਿਤ ਹੋਈਆਂ ਨੇ ਜੀ ਤੁਹਾਡੇ ਕੋਲ? ਇਸ ਤੋਂ ਜਿਹੜੀ ਵੀ ਅਬੋਹਰ ਨੂੰ ਜਾਂਦੀ ਹੈ ਜਾਂ ਫਿਰੋਜ਼ਪੁਰ ਨੂੰ ਜਾਂਦੀ ਹੈ, ਹੋਰ ਵੀ ਕਈ ਲਿੰਕ ਜੋੜਦੀ ਹੈ ਫਾਜ਼ਿਲਕਾ ਸਟੇਸ਼ਨ ਤੋਂ, ਸਾਰੀਆਂ ਪ੍ਰਭਾਵਿਤ ਹੋਈਆਂ ਨੇ। ਪਰ ਅਸੀਂ ਉਹ ਜਿਹੜੇ ਰਾਹਗੀਰ ਨੇ, ਇਹ ਸਾਰਾ ਕੁਝ ਉਹਨਾਂ ਦੀ ਲੜਾਈ ਹੈ, ਉਹਨਾਂ ਦੇ ਮਤਲਬ ਉਹਨਾਂ ਦੇ ਹੱਕ ਦੀ ਲੜਾਈ ਹੈ। ਇਸ ਵਾਸਤੇ ਜਿਹੜੇ ਰਾਹਗੀਰ ਵੀ ਨੇ ਉਹ ਅੱਜ ਗੱਡੀਆਂ ਤੇ ਨਹੀਂ ਆਏ, ਸਿਰਫ ਗੱਡੀਆਂ ਹੀ ਖੜੀਆਂ ਨੇ, ਵਿੱਚ ਸਵਾਰੀ ਕੋਈ ਨਹੀਂ ਹੈ। ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਕਿਸਾਨ ਜਥੇਬੰਦੀ ਦੀ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਬਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਬੰਦ ਦਾ ਐਲਾਨ ਨਹੀਂ ਕੀਤਾ ਗਿਆ। 7 ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਵੱਲ ਨੇ, ਉਹਦੇ ਕੋਈ ਬੰਦ ਦਾ ਐਲਾਨ ਨਹੀਂ ਕੀਤਾ ਗਿਆ। ਇਹ ਤਾਂ ਜੀ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਲ ਜਥੇਬੰਦੀਆਂ ਨੇ, ਬਕਾਇਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਮੀਟਿੰਗ ਕਰਕੇ ਪ੍ਰੈਸ ਕਵਰੇਜ ਸੰਯੁਕਤ ਸਮਾਜ ਮੋਰਚੇ ਵੱਲੋਂ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ? ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜੀਆਂ ਦਿੱਲੀ ਲੜ ਰਹੀਆਂ ਨੇ 13, ਇਹ ਉਹ ਕਿਸਾਨ ਮੋਰਚੇ ਨਹੀਂ, ਉਹਨਾਂ ਨੇ ਤਾਂ ਮਨਾ ਕਰਤਾ ਸੀ ਸਿੱਧੇ ਤੌਰ ਤੇ ਕਿ ਅਸੀਂ ਨਹੀਂ, ਉਹ ਜਿਹੜੇ ਜਿਨ੍ਹਾਂ ਨੇ ਇਹ ਸੰਯੁਕਤ ਸਮਾਜ ਮੋਰਚਾ ਬਣਾਇਆ ਹੋਇਆ ਹੈ, ਜਿਹੜੇ ਸ਼ਾਮਲ ਨੇ ਉਹ ਇਹਦੇ 'ਚ ਸ਼ਾਮਲ ਨਹੀਂ ਹੈਗੀਆਂ। ਜਿਹੜੀ ਇਹ ਛੱਡ ਕੇ ਫਿਰ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਆ ਗਈਆਂ ਨੇ, ਅਜੇ ਵੀ ਕੋਈ ਧਿਰਾਂ ਬਾਹਰ ਹੈਗੀਆਂ ਨੇ, ਉਹ ਆਦਾ ਵੱਖਰਾ ਪ੍ਰਦਰਸ਼ਨ ਕਰ ਰਹੀਆਂ ਨੇ, ਪਰ ਇਹ ਲਗਭਗ 26 ਕਿਸਾਨ ਜਥੇਬੰਦੀਆਂ ਜਿਹੜੀਆਂ ਰਲ ਕੇ ਜਿਹੜੇ ਪ੍ਰਦਰਸ਼ਨ ਕਰ ਰਹੀਆਂ ਨੇ। ਸਿੰਘ ਭੋਲਾ ਸਕੱਤਰ ਜਨਰਲ ਸੰਯੁਕਤ ਕਿਸਾਨ ਮੋਰਚਾ ਜੀ, ਬਲਾਕ ਕਰਨੀ ਵਾਲਾ ਜੀ। ਅੱਛਾ, ਕੀ ਸਮੱਸਿਆ ਹੈ, ਕਿਉਂ ਅੱਜ ਇਹ ਪ੍ਰਦਰਸ਼ਨ ਕੀਤਾ? ਇਹ ਸਮੱਸਿਆ ਜੋ ਐਮਐਸਪੀ ਕਮੇਟੀ ਤੇ ਫੈਸਲਾ ਹੋਇਆ ਸੀ ਸਰਕਾਰ ਨਾਲ ਵੀ ਸਾਨੂੰ ਟਾਈਮ ਦਿੱਤਾ ਗਿਆ ਸੀ, ਪਰ ਉਸ ਟਾਈਮ ਦੇ ਵਿੱਚ ਇਹਨਾਂ ਨੇ ਕੀ ਕੀਤਾ, ਪਿਯੂਸ਼ ਗੋਇਲ ਨੂੰ ਚੇਅਰਮੈਨ ਬਣਾਤਾ ਕਮੇਟੀ ਦਾ, ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ। ਇਹ ਸਾਡੀ ਮੰਗ ਇਹ ਸੀਗੀ ਵੀ ਭਾਵੇਂ ਤਾਂ ਉੱਤਰਾਖੰਡ, ਪੰਜਾਬ, ਹਰਿਆਣਾ ਦਾ ਇੱਕ ਕਾਡਰ ਬਣਾ ਕੇ ਉਹਦੇ ਵਿੱਚੋਂ ਚੇਅਰਮੈਨ ਲਾਇਆ ਜਾਵੇ ਕਿਸਾਨਾਂ ਦੇ ਵਿੱਚੋਂ, ਪਰ ਸਰਕਾਰ ਨੇ ਆਪਦੀਆਂ ਨਲਾਇਕੀਆਂ ਛਪਾਉਣ ਵਾਸਤੇ ਪਿਯੂਸ਼ ਗੋਇਲ ਨੂੰ ਇਸ ਦਾ ਚੇਅਰਮੈਨ ਬਣਾਤਾ ਕਮੇਟੀ ਦਾ। ਹੋਰ ਕੀ ਮੰਗਾਂ ਨੇ ਜਿਹੜੀਆਂ ਮੰਗਾਂ ਨੂੰ ਲੈ ਕੇ? ਐਮਐਸਪੀ ਦੇ ਸਾਡਾ ਇਹ ਸੀਗਾ ਵੀ ਇਹ ਕਮੇਟੀ ਬਣੇ ਤੇ ਕਮੇਟੀ ਦੇ ਸਾਡੀ ਚਰਚਾ ਹੋ ਕੇ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੇ ਹੱਕ ਹੈ ਉਹ ਚੇਅਰਮੈਨ ਕਿਸਾਨਾਂ ਦੇ ਵਿੱਚੋਂ ਬਣਾ ਕੇ ਉਹਦੇ ਵਿੱਚੋਂ ਹੱਕ ਦਿੱਤੇ ਜਾਣ। ਪਰ ਇਹਨਾਂ ਨੇ ਗਦਾਰ ਨੂੰ, ਜਿਹੜਾ ਕਿਸਾਨਾਂ ਦਾ ਗਦਾਰ ਹੈ ਪਿਯੂਸ਼ ਗੋਇਲ, ਉਹਨੂੰ ਬਣਾ ਕੇ ਚੇਅਰਮੈਨ ਤੇ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਤਿਆਰੀ ਕੀਤੀ ਹੈ ਮੋਦੀ ਨੇ। ਕਿਹੜੀਆਂ ਥਾਵਾਂ ਤੇ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ? ਇਹ ਅੱਜ ਜੋ ਪੰਜਾਬ ਦੇ ਵਿੱਚ ਰੇਲਵੇ ਟਰੈਕ ਹੈ ਉਹਨਾਂ ਤੇ ਜੋ ਹਰਿਆਣਾ ਦੇ ਦੂਜੇ ਆ ਉੱਥੇ ਸਾਰਾ ਪੂਰਨ ਤੌਰ ਤੇ ਭਾਰਤ ਬੰਦ ਦਾ ਸਾਨੂੰ ਜਿਹੜਾ ਹੰਗਾਰਾ ਮਿਲ ਰਿਹਾ ਜੀ। ਕੀ ਨਾਮ ਕੀ ਤੁਹਾਡਾ? ਕੇਵਲਜੀਤ ਭੋਲਾ, ਸਕੱਤਰ ਜਨਰਲ ਬਲਾਕ ਕਰਨੀ ਵਾਲਾ। ਇਸੇ ਤਰ੍ਹਾਂ ਮੁਕੇਰੀਆਂ ਨਜ਼ਦੀਕ ਭੰਗਾਲਾ ਵਿੱਚ ਕਿਸਾਨਾਂ ਨੇ ਰੇਲ ਰੋਕ ਕੇ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਐਮਐਸਪੀ ਤੇ ਗਰੰਟੀ ਅਤੇ ਅਗਨੀਵੀਰ ਯੋਜਨਾ ਨੂੰ ਜਲਦ ਰੱਦ ਕਰੇ, ਨਹੀਂ ਤਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਵਿਆਪੀ ਚੱਕੇ ਜਾਮ ਨੂੰ ਅਸੀਂ ਮੁਕੇਰੀਆਂ ਦੀਆਂ ਕਿਸਾਨ ਤੇ ਨੌਜਵਾਨ ਜਥੇਬੰਦੀਆਂ ਵੱਲੋਂ ਭੰਗਾਲੇ ਰੇਲਵੇ ਸਟੇਸ਼ਨ ਦੇ ਉੱਪਰ ਚੱਕਾ ਜਾਮ ਦੇ ਵਿੱਚ ਸ਼ਮੂਲੀਅਤ ਕਰ ਰਹੇ ਹਾਂ। ਇਹ ਚੱਕਾ ਜਾਮ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੀ ਉਸ ਸਰਮਾਏਦਾਰੀ ਰੂਪੀ ਚਿਹਰੇ ਦੇ ਵਿਰੁੱਧ ਹੈ, ਜਿਹਦੇ ਤੋਂ ਅਸੀਂ ਮੰਗ ਰੱਖੀ ਸੀ ਵੀ ਐਮਐਸਪੀ ਦੇ ਲਈ ਕਾਨੂੰਨ ਬਣਾਏ ਸਰਕਾਰ, ਪਰ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਰਵੱਈਆ ਅਖਤਿਆਰ ਕੀਤਾ ਉਹ ਰਵੱਈਆ ਬਿਲਕੁਲ ਸਰਮਾਏਦਾਰ ਪੱਖੀ ਹੈ, ਜਿਹੜਾ ਕਿਸਾਨਾਂ ਨੂੰ ਲਗਾਤਾਰ ਮਾਰ ਰਿਹਾ। ਇਸ ਕਰਕੇ ਅੱਜ ਅਸੀਂ ਮੰਗ ਕਰਦੇ ਹਾਂ ਅੱਜ ਦੇ ਦੇਸ਼ ਵਿਆਪੀ ਚੱਕਾ ਜਾਮ ਦੇ ਵਿੱਚ, ਜਿਹੜਾ ਸਿਰਫ ਸੰਕੇਤਕ ਰੂਪ ਦੇ ਵਿੱਚ ਹੈ 4 ਘੰਟਿਆਂ ਦਾ, ਵੀ ਸਰਕਾਰ ਸਿੱਧੇ ਤੌਰ ਤੇ ਕਿਸਾਨਾਂ ਦੀ ਮਦਦ ਦੇ ਲਈ ਸਵਾਮੀਨਾਥਨ ਰਿਪੋਰਟ ਦੇ ਨਾਲ C2 ਜਿਹੜਾ ਫਾਰਮੂਲੇ ਦੀ ਤਹਿਤ ਦੇ ਉੱਪਰ ਐਮਐਸਪੀ ਦੇ ਉੱਪਰ ਕਾਨੂੰਨ ਬਣਾਏ, ਨਾਲ ਹੀ ਪੂਰੇ ਪੰਜਾਬ ਤੇ ਭਾਰਤ ਦੇ ਨੌਜਵਾਨਾਂ ਦੇ ਉੱਪਰ ਜਿਹੜਾ ਹਮਲਾ ਕੀਤਾ ਸਰਕਾਰ ਨੇ ਅਗਨੀਪਥ ਯੋਜਨਾ ਦੇ ਨਾਲ, ਫੌਜ ਦੇ ਵਿੱਚ ਠੇਕੇਦਾਰੀ ਲਿਆ ਕੇ ਪੂਰੇ ਪੰਜਾਬ ਤੇ ਭਾਰਤ ਦੇ ਨੌਜਵਾਨਾਂ ਦੇ ਵਿੱਚ ਭਾਰੀ ਰੋਸ਼ ਹੈ। ਪਿਛਲੇ ਦਿਨਾਂ ਪੰਜਾਬ ਦੀਆਂ ਨੌਜਵਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਐਕਸ਼ਨ ਨੂੰ ਲੀਕ ਕੇ ਪੰਜਾਬ ਸਰਕਾਰ ਤੋਂ ਇਸ ਅਗਨੀਪਥ ਯੋਜਨਾ ਦੇ ਵਿਰੁੱਧ ਮਤਾ ਵੀ ਪਾਸ ਕਰਾਇਆ। ਹੁਣ ਕੇਂਦਰ ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਕੇਂਦਰ ਸਰਕਾਰ ਇਸ ਠੇਕਾ ਭਰਤੀ ਨੂੰ ਰੱਦ ਕਰੇ। ਅੱਜ 4 ਘੰਟੇ ਦੇ ਸੰਕੇਤਕ ਜਾਮ ਦੇ ਵਿੱਚ ਦੱਸ ਰਹੇ ਆ ਐਮਐਸਪੀ ਤੇ ਕਾਨੂੰਨ ਵੀ ਬਣਾ ਕੇ ਰੱਖਾਂਗੇ, ਇਹ ਅਗਨੀਪਥ ਯੋਜਨਾ ਨੂੰ ਵੀ ਰੱਦ ਕਰਾ ਕੇ ਰੱਖਾਂਗੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੇ 75,000 ਨੌਜਵਾਨ
ਜਿਹੜੇ 2 ਸਾਲਾਂ ਤੋਂ ਗਰਾਊਂਡ ਕਲੀਅਰ ਕਰਕੇ ਲਿਖਤੀ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਆ, ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਐਕਸ਼ਨਾਂ ਦੇ ਵਿੱਚ ਤਿੱਖੇ ਰੂਪ ਦੇ ਵਿੱਚ ਆਣਗੇ। ਕੇਂਦਰ ਸਰਕਾਰ ਇਹ ਕੰਧ ਤੇ ਲਿਖਿਆ ਪਰਲੇ ਖੇਤੀ ਦੇ ਕਾਨੂੰਨ ਵੀ ਅਸੀਂ ਲੜ ਕੇ ਰੱਦ ਕਰਾਏ ਆ, ਇਹ ਵੀ ਜਿਹੜੇ ਕਾਨੂੰਨ MSP ਤੇ ਉਹ ਬਣਵਾਵਾਂਗੇ ਤੇਰੇ ਕੋ, ਤੇ ਨਾਲ ਹੀ ਅਗਨੀਪਥ ਯੋਜਨਾ ਵੀ ਰੱਦ ਕਰਾਵਾਂਗੇ। ਜੇ ਨਹੀਂ ਕੀਤੀ ਤੇ ਆਉਣ ਵਾਲੇ ਸਮੇਂ 'ਚ ਇਹ ਐਕਸ਼ਨ ਹੋਰ ਤਿੱਖੇ ਹੋਣਗੇ। ਦਿੱਲੀ ਮੋਰਚੇ ਦੀ ਤਰਫ ਤੇ ਤਿੱਖਾ ਐਕਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨ, ਪੂਰੇ ਭਾਰਤ ਦੀਆਂ ਜਥੇਬੰਦੀਆਂ ਵੱਲੋਂ ਤਿੱਖੇ ਤੌਰ ਤੇ ਮੋਦੀ ਸਰਕਾਰ ਦੇ ਵਿਰੁੱਧ ਕੀਤਾ ਜਾਏਗਾ। ਇਸੇ ਤਰ੍ਹਾਂ ਰੇਲਵੇ ਸਟੇਸ਼ਨ ਮੱਲਾਂਵਾਲਾ ਵਿਖੇ ਵੀ ਧਰਨਾ ਦਿੱਤਾ ਗਿਆ। ਸੰਯੁਕਤ ਮੋਰਚੇ ਦੀ ਕਾਲ ਤੇ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕਰ ਦਿੱਤਾ। ਦਿੱਲੀ ਅੰਦੋਲਨ ਦੀਆਂ ਮੰਗਾਂ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਇਹ ਧਰਨਾ ਦਿੱਤਾ ਗਿਆ। ਕਿਸਾਨ ਮਜ਼ਦੂਰ ਜਥੇਬੰਦੀ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸਵੇਰੇ 11 ਵਜੇ ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ। ਆਪ ਸਭ ਨੂੰ ਪਤਾ ਕਿ ਜੋ 3 ਖੇਤੀ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਵਿਖੇ ਆਪਣਾ ਅੰਦੋਲਨ ਜਿਹੜਾ ਪੂਰੇ ਦੇਸ਼ ਵੱਲੋਂ ਵਿੱਢਿਆ ਗਿਆ ਸੀ, ਤੇ ਸਾਰੇ ਅੰਦੋਲਨ ਦੇ ਦਬਾਅ ਥੱਲੇ ਕੇਂਦਰ ਦੀ ਮੋਦੀ ਸਰਕਾਰ ਨੂੰ ਝੁੱਕ ਕੇ 3 ਖੇਤੀ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕੀਤਾ ਸੀ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਨੇ, ਦੇਸ਼ ਦੇ ਲੋਕਾਂ ਨੇ। ਤੇ ਉੱਥੇ ਜਿਹੜੀ ਮੰਗਾਂ ਦੇ ਉੱਤੇ ਸਹਿਮਤੀ ਦਿੱਤੀ ਗਈ ਸੀ, ਉਹ ਅੱਜ ਬਹੁਤ ਸਮਾਂ ਬੀਤ ਜਾਣ ਦੇ ਬਾਵਜੂਦ ਜਿਹੜਾ ਕੇਂਦਰ ਸਰਕਾਰ ਉਹਨਾਂ ਮੰਗਾਂ ਨੂੰ ਲਾਗੂ ਕਰਨ ਤੋਂ ਪਿੱਛੇ ਹਟ ਰਹੀ ਆ, ਜਿਸ ਕਰਕੇ ਇਹ ਪੂਰੇ ਦੇਸ਼ ਦੀਆਂ ਜਥੇਬੰਦੀਆਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਲਿਖਿਆ ਵਾ ਪੂਰੇ ਦੇਸ਼ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਨ ਦਾ, ਜਿਸ ਤਹਿਤ ਅੱਜ ਅਸੀਂ ਰੇਲਵੇ ਸਟੇਸ਼ਨ ਮੱਲਾਂਵਾਲਾ ਦੇ ਉੱਤੇ ਜਿਹੜਾ ਰੇਲਾਂ ਦਾ ਚੱਕਾ ਜਾਂ ਰੇਲਵੇ ਟਰੈਕ ਜਾਮ ਕਰਕੇ ਅਸੀਂ ਬੈਠੇ ਹਾਂ। ਇਸ ਮੋਰਚੇ ਨਾਲ ਜਿਹੜੀਆਂ ਸੰਬੰਧਿਤ ਮੰਗਾਂ ਸੀ, ਉਹਦੇ ਵਿੱਚ ਜਿਹੜਾ 23 ਫਸਲਾਂ ਦਾ ਗਰੰਟੀ ਕਾਨੂੰਨ ਬਣਾਉਣ ਦੀ ਗੱਲ ਸਰਕਾਰ ਨੇ ਸਹਿਮਤੀ ਦਿੱਤੀ ਸੀ, ਕਮੇਟੀ ਬਣਾ ਕੇ ਤੇ ਗਰੰਟੀ ਕਾਨੂੰਨ ਜਿਹੜਾ ਬਣਾਇਆ ਜਾਊਗਾ। ਹੁਣ ਮੋਦੀ ਸਰਕਾਰ ਨੇ ਫਰਜ਼ੀ ਤੌਰ ਤੇ ਜਿਹੜੀ ਗਰੰਟੀ ਕਾਨੂੰਨ ਦੀ ਕਮੇਟੀ ਬਣਾਤੀ, ਉਹਦੇ ਵਿੱਚ ਜਿਹੜੇ ਵੀ ਇਹਨਾਂ ਨੇ ਮੈਂਬਰ ਚੁਣੇ ਆ ਜਾਂ ਚੇਅਰਮੈਨ ਲਾਇਆ ਸੰਜੇ ਅਗਰਵਾਲ, ਉਹ ਖੇਤੀ ਕਾਲੇ ਕਾਨੂੰਨਾਂ ਦੇ ਹੱਕ ਦੇ ਵਿੱਚ ਭੁਗਤਦਾ ਰਿਹਾ। ਉਹਦੀ ਅਹਿਮ ਭੂਮਿਕਾ ਰਹੀ ਖੇਤੀ ਕਾਲੇ ਕਾਨੂੰਨ ਬਣਾਉਣ ਦੇ ਵਿੱਚ। ਤੇ ਨਾਲ ਜਿਹੜੇ ਇਹਨਾਂ ਦੇ ਰਮੇਸ਼ ਚੰਦ ਜਿਹੜੇ ਅਗਰਵਾਲ ਜੀ ਨਾਲ ਲਾਏ ਆ, ਨੀਤੀ ਆਯੋਗ ਦੇ ਮੈਂਬਰ ਰਹੇ, ਉਹ ਵੀ ਖੇਤੀ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਭੁਗਤਦੇ ਰਹੇ ਆ। ਨਾਲ ਜਿਹੜੇ ਦੂਸਰੇ ਮੈਂਬਰ ਜਿਹੜੇ ਚੁਣੇ ਗਏ ਆ, ਉਹ ਸਾਰੇ ਮੈਂਬਰ ਖੇਤੀ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਭੁਗਤਦੇ ਰਹੇ। ਇਸ ਕਰਕੇ ਇਹ ਕਿਸਾਨ ਪੱਖੀ ਜਿਹੜੀ ਕਮੇਟੀ ਨਹੀਂ, ਇਹਨੂੰ ਮੁੱਢੋਂ ਰੱਦ ਕਰਦੇ ਅਸੀਂ ਜਥੇਬੰਦੀ ਵੱਲੋਂ, ਤੇ ਮੰਗ ਕਰਦੇ ਹਾਂ 23 ਫਸਲਾਂ ਦਾ ਗਰੰਟੀ ਕਾਨੂੰਨ ਜਿਹੜਾ ਉਹ ਬਣਾਇਆ ਜਾਵੇ, ਤੇ ਨਾਲ ਜਿਹੜਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਫਸਲਾਂ ਦੇ ਕਿਸਾਨਾਂ ਨੂੰ ਜਿਹੜੇ ਭਾਅ ਦਿੱਤੇ ਜਾਣ। ਇਹਦੇ ਨਾਲ ਹੋਰ ਮੰਗਾਂ ਜਿਵੇਂ ਕਿ ਜਿਹੜੇ ਅੰਦੋਲਨ ਦੌਰਾਨ ਪਰਚੇ ਪਾਏ ਗਏ ਕਿਸਾਨਾਂ, ਮਜ਼ਦੂਰਾਂ ਦੇ ਉੱਤੇ, ਉਹ ਪੰਜਾਬ, ਹਰਿਆਣਾ, ਦਿੱਲੀ ਦੇ ਵਿੱਚ ਰੱਦ ਕੀਤੇ ਜਾਣ, ਤੇ ਨਾਲ ਜਿਹੜੇ ਸ਼ਹੀਦ ਹੋਏ ਕਿਸਾਨ, ਉਹਨਾਂ ਦੇ ਪਰਿਵਾਰਾਂ ਨੂੰ ਕੁਝ ਨੂੰ ਮੁਆਵਜ਼ਾ ਮਿਲ ਗਿਆ, ਜਿਹਨਾਂ ਨੂੰ ਰਹਿੰਦਾ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਨਾਲੇ ਨੌਕਰੀਆਂ ਦਿੱਤੀਆਂ ਜਾਣ। ਤੇ ਉਸ ਤੋਂ ਅੱਗੇ ਜਿਹੜੀਆਂ ਹੋਰ ਜਿਹੜੀਆਂ ਮੰਗਾਂ ਸਾਡੀਆਂ ਨਾਲ ਜਿਹੜੀਆਂ ਮੋਰਚੇ ਦੇ ਬਣੀਆਂ, ਜਿਵੇਂ ਲਖੀਮਪੁਰ ਖੀਰੀ ਦੀ ਬਹੁਤ ਘਟਨਾ ਵੱਡੀ ਕੀ ਹੋਈ ਆ, ਉਹਦੇ ਵਿੱਚ 5 ਕਿਸਾਨ ਜਿਹੜੇ ਸਾਡੇ ਦਰੜ ਦਿੱਤੇ ਗਏ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਵੱਲੋਂ। ਤੇ ਅਜੇ ਮਿਸ਼ਰਾ ਸਾਜ਼ਿਸ਼ ਕਰਤਾ ਜਿਹੜਾ ਉਹ ਰਿਪੋਰਟ ਦੇ ਵਿੱਚ ਉਹ ਪਾਇਆ ਗਿਆ ਵਾ 120(b) ਦੇ ਤਹਿਤ ਦੇ ਪਰਚਾ ਵੀ ਉੱਤੇ ਦਰਜ ਆ, ਪਰ ਮੋਦੀ ਸਰਕਾਰ ਉਹਨੂੰ ਮੰਤਰੀ ਪਦ ਤੋਂ ਹਟਾ ਕੇ ਉਹਨੂੰ ਜੇਲ੍ਹ ਦੇ ਵਿੱਚ ਨਹੀਂ ਡੱਕ ਰਹੀ। ਸਾਡੀ ਮੰਗ ਆ ਵੀ ਭਾਈ ਉਹਨਾਂ ਦੋਸ਼ੀਆਂ ਨੂੰ ਡੱਕਿਆ ਜਾਵੇ, ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ। ਸੋ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਤੇ ਨਾਲ ਪਾਣੀਆਂ ਦੇ ਮਸਲੇ ਵੀ ਅਸੀਂ ਰੱਖੇ ਆ ਕਿ ਪਾਣੀ ਨੂੰ ਲਗਾਤਾਰ ਜਿਹੜੀਆਂ ਕਾਰਪੋਰੇਟ ਘਰਾਣੇ ਉਹ ਦੂਸ਼ਿਤ ਕਰ ਰਹੇ, ਹਵਾ ਨੂੰ ਦੂਸ਼ਿਤ ਕਰ ਰਹੇ ਆ। ਧਰਤੀ ਹੇਠਲੇ ਪਾਣੀ ਨੂੰ ਜਿਹੜਾ ਥੱਲੇ ਬੋਰ ਪਾ ਕਰਕੇ ਗੰਦਾ ਪਾਣੀ ਪਾਇਆ ਜਾ ਰਿਹਾ, ਦੂਸ਼ਿਤ ਕੀਤਾ ਜਾ ਰਿਹਾ, ਉਹਨਾਂ ਦੇ ਕਾਰਵਾਈ ਕਰਕੇ ਤੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕਰਕੇ ਉਹਨਾਂ ਜੇਲ੍ਹਾਂ 'ਚ ਡੱਕਿਆ ਜਾਣ, ਭਾਰੀ ਜੁਰਮਾਨੇ ਕੀਤੇ ਜਾਣ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮੁਕਤਸਰ ਪਲੇਟਫਾਰਮ ਤੇ ਧਰਨਾ ਲਾਇਆ ਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਭੜਾਸ ਕੱਢੀ ਹੈ। ਇਸ ਤਰ੍ਹਾਂ ਰੇਲਵੇ ਸਟੇਸ਼ਨ ਤੇ ਪੁਲਿਸ ਪ੍ਰਸ਼ਾਸਨ ਦੇ ਸਖਤ ਸੁਰੱਖਿਆ ਪ੍ਰਬੰਧ ਨਜ਼ਰ ਆਏ। ਹਾਲਾਂਕਿ ਕਿਸਾਨਾਂ ਵੱਲੋਂ ਰੇਲ ਰੋਕਣ ਦਾ ਪ੍ਰੋਗਰਾਮ ਸੀ, ਪਰ ਰੇਲਵੇ ਵਿਭਾਗ ਵੱਲੋਂ ਫਾਜ਼ਿਲਕਾ ਤੋਂ ਕੋਟਕਪੂਰਾ ਜਾਣ ਵਾਲੀ DMG ਗੱਡੀ ਨੂੰ ਲੱਖੇਵਾਲੀ ਸਟੇਸ਼ਨ ਤੇ ਹੀ ਰੋਕ ਲਿਆ, ਜਿਸ ਦੇ ਚੱਲਦਿਆਂ ਕਿਸਾਨਾਂ ਨੇ ਰੇਲਵੇ ਲਾਈਨਾਂ ਦੀ ਬਜਾਏ ਪਲੇਟਫਾਰਮ ਤੇ ਧਰਨਾ ਲਾ ਦਿੱਤਾ ਅਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਰਹੇ। ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ, ਮੈਂ ਕਿਰਤੀ ਕਿਸਾਨ ਯੂਨੀਅਨ ਦਾ ਸੂਬਾ ਕਮੇਟੀ ਆਗੂ ਹਾਂ। ਚੱਕੇ ਜਾਮ ਜਾਂ ਧਰਨੇ ਮੁਜ਼ਾਹਰੇ ਜਿਹੜੇ ਉਹ ਕਿਸਾਨਾਂ ਨੂੰ ਜਾਂ ਜਿਹੜੇ ਹੈਗੇ ਉਹ ਲੋਕ ਜਿਹੜੇ ਸੰਘਰਸ਼ ਕਰਨਾ ਜਾਣਦੇ ਉਹਨਾਂ ਨੂੰ ਰੋਜ਼ ਹੀ ਕਰਨੇ ਪੈਂਦੇ ਆ। ਅਸੀਂ ਲਗਾਤਾਰ ਇਸੇ ਰੇਲਵੇ ਸਟੇਸ਼ਨ ਤੇ 2.5 ਮਹੀਨੇ ਸਕੂਲਿੰਗ ਕੀਤੀ। ਉਦੋਂ ਬਾਅਦ ਜਿਹੜਾ ਹੈਗਾ 1 ਸਾਲ ਤੇ 15 ਦਿਨ ਦਿੱਲੀ ਦੇ ਵਿੱਚ ਲਾ ਕੇ ਆਏ। ਮੋਦੀ ਸਰਕਾਰ ਜਿਹੜੀ ਆਪਦੇ ਆਪ ਨੂੰ ਇਹ ਕਹਿੰਦੀ ਸੀ ਕਿ ਮੋਦੀ ਹੈ ਤੇ ਉਹ ਸਭ ਕੁਝ ਹੈ, ਜਾਂ ਜਿੱਥੇ ਮੋਦੀ ਹੈ ਉਹ ਸਭ ਕੁਝ ਹੈਗਾ। ਉਹਦੀ ਧੌਣ ਦੇ ਵਿੱਚ ਐਡਾ ਵੱਡਾ ਕਿੱਲਾ ਸੀ
ਕਿ ਮੋਦੀ ਜਿਹੜਾ ਕਿਸੇ ਅੱਗੇ ਝੁਕਦਾ ਨਹੀਂ ਸੀ, ਪਰ ਕਿਸਾਨਾਂ ਨੇ ਉਹਨੂੰ ਜਿਹੜਾ ਉਹ ਗੋਡਿਆਂ ਭਾਰ ਕਰਤਾ ਸੀਗਾ। ਜਿਹੜੇ 3 ਕਾਲੇ ਕਾਨੂੰਨਾਂ ਦੇ ਖਿਲਾਫ ਅਸੀਂ ਲੜ ਰਹੇ ਸੀ, ਉੱਥੇ ਮੋਦੀ ਨੇ ਆਪ ਇੱਕੋ ਦਮ ਆ ਕੇ ਇਹ ਐਲਾਨ ਕੀਤਾ ਸੀ ਕਿ ਉਹ 3 ਕਾਨੂੰਨ ਅਸੀਂ ਵਾਪਸ ਲੈਣੇ ਆ। ਤੇ ਕੁਝ ਮੰਗਾਂ ਸੀ ਜਿਹੜੀਆਂ ਸਾਡੀਆਂ, ਜਿਵੇਂ MSP ਤੇ ਕਮੇਟੀ ਬਣਾਉਣੀ ਜਾਂ MSP ਨੂੰ ਕਾਨੂੰਨ ਬਣਾਉਣਾ। ਲਖੀਮਪੁਰ ਖੀਰੀ ਦੇ ਜਿਹੜੇ ਕਿਸਾਨ ਸੀਗੇ, ਜਿਨ੍ਹਾਂ ਨੂੰ ਮਤਲਬ ਉੱਪਰ ਗੱਡੀਆਂ ਚੜਾ ਕੇ ਸ਼ਹੀਦ ਕੀਤਾ ਗਿਆ ਸੀਗਾ, ਉਹਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣੀਆਂ ਸੀਗੀਆਂ, ਜਾਂ ਹੋਰ ਜਿੰਨੀਆਂ ਵੀ ਮੰਗਾਂ ਬਾਕੀ ਰਹਿੰਦੀਆਂ ਸੀ, ਉਹਦੇ ਵਿੱਚ ਸਰਕਾਰ ਨੇ ਜਿਹੜਾ ਹੈਗਾ ਉਹ ਵਾਅਦਾ ਖਿਲਾਫੀ ਕੀਤੀ ਹੈ। ਉਸ ਵਾਅਦਾ ਖਿਲਾਫੀ ਦੇ ਕਾਰਨ ਅੱਜ ਅਸੀਂ ਹਿੰਦੁਸਤਾਨ ਦੇ ਵਿੱਚ 11 ਤੋਂ ਲੈ ਕੇ 3 ਵਜੇ ਤੱਕ ਚੱਕਾ ਜਾਮ ਕਰ ਰਹੇ ਹਾਂ। ਮੁਕਤਸਰ ਦੇ ਵਿੱਚ ਇਹ ਜਿਹੜਾ ਚੱਕਾ ਜਾਮ ਇਸੇ ਰੇਲਵੇ ਸਟੇਸ਼ਨ ਤੇ ਕੀਤਾ ਜਾ ਰਿਹਾ ਹੈ, ਔਰ ਸਾਡਾ ਸੰਘਰਸ਼ ਹੈ ਜਿਹੜਾ ਉਹਨਾਂ ਚਿਰ ਜਾਰੀ ਰਹੂਗਾ ਜਿੰਨਾ ਚਿਰ ਇਹ ਸਾਰੀਆਂ ਮੰਗਾਂ ਸਾਡੀਆਂ ਮੰਨੀਆਂ ਨਹੀਂ ਜਾਣਗੀਆਂ। ਜਗਦੇਵ ਸਿੰਘ ਕਾਨਿਆਵਾਲੀ, ਸਕੱਤਰ ਜਨਰਲ BKU ਕਾਦੀਆਂ ਪੰਜਾਬ ਜੀ। ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ ਦੇ ਵਿੱਚ ਰੇਲਵੇ ਟਰੈਕ ਜਾਮ ਕੀਤੇ ਹੈ, ਕਿਉਂਕਿ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ। ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੋਂ ਭੱਜੀ ਹੈ ਸਰਕਾਰ, ਉਲਟਾ ਗਵਾਹਾਂ ਦੇ ਉੱਤੇ 302 ਦੇ ਪਰਚੇ ਦਰਜ ਕੀਤੇ ਹੈ। MSP ਦੀ ਜਿਹੜੀ ਕਮੇਟੀ ਬਣਾਉਣ ਲੱਗੇ ਆ, ਉਹਦੇ 'ਚ ਵੀ ਇਹਨਾਂ ਨੇ ਜੋ ਕਾਲੇ ਕਾਨੂੰਨਾਂ ਨੂੰ ਸਹੀ ਦਰਸਾ ਰਹੇ ਸੀ ਉਹਨਾਂ ਲੋਕਾਂ ਨੂੰ ਸ਼ਾਮਲ ਕੀਤਾ। ਉਹਨਾਂ ਤੋਂ ਸਾਨੂੰ ਆਸ ਨਹੀਂ ਵੀ ਸਾਡੇ ਕੋਈ ਭਰਪਾਈ ਕਰਨਗੇ ਇਹ। ਅਸੀਂ ਉਸ ਕਮੇਟੀ ਦਾ ਵਿਰੋਧ ਕਰਦੇ ਹਾਂ, ਦੁਬਾਰਾ ਤੋਂ ਨਵੀਂ ਕਮੇਟੀ ਬਣਾਈ ਜਾਵੇ। ਜਿਹੜੇ ਕਿਸਾਨਾਂ ਸਿਰ ਪਰਚੇ ਦਰਜ ਕੀਤੇ ਸੀ ਸੰਘਰਸ਼ ਦੌਰਾਨ, ਉਹ ਪਰਚੇ ਰੱਦ ਕਰਨ ਦਾ ਵਾਅਦਾ ਸਰਕਾਰ ਨੇ ਕੀਤਾ ਸੀ, ਪਰ ਅੱਜ ਤੱਕ ਇੱਕ ਵੀ ਪਰਚਾ ਰੱਦ ਨਹੀਂ ਕੀਤਾ। ਆਪਣੇ ਵਾਅਦਿਆਂ ਤੋਂ ਸਰਕਾਰ ਭੱਜ ਚੁੱਕੀ ਹੈ। ਸਰਕਾਰ ਨੂੰ ਇਹ ਹੈ ਵੀ ਹੁਣ ਇਹਨਾਂ ਨੇ ਕਿਸਾਨਾਂ ਨੇ ਇਕੱਠੇ ਨਹੀਂ ਹੋਣਾ। ਅਸੀਂ ਇੱਕ ਮਾਲਾ ਦੇ ਵਿੱਚ ਪਰੋਏ ਮਣਕੇ ਦੀ ਤਰ੍ਹਾਂ ਇਕੱਠੇ ਹਾਂ ਸਾਰੇ। ਅਸੀਂ ਸਰਕਾਰ ਦੇ ਪੂਰਾ ਦਬਾਅ ਬਣਾਵਾਂਗੇ, ਪਹਿਲਾਂ ਦੀ ਤਰ੍ਹਾਂ ਸੰਘਰਸ਼ ਲੜਾਂਗੇ। ਜੇ ਕੋਈ ਕੇਂਦਰ ਦੇ ਹੱਥਾਂ 'ਚ ਖੇਡ ਕੇ ਮੋਰਚੇ ਨੂੰ ਨਿੰਦਦਾ ਤਾਂ ਲੋਕ ਭਲੀ ਭਾਂਤ ਜਾਣੂ ਹੈ। ਸਾਰਾ ਲੋਕਾਂ ਨੂੰ ਪਤਾ ਹੈ ਵੀ ਕੌਣ ਸੱਚਾ ਕੌਣ ਝੂਠਾ ਹੈ, ਤੇ ਉਹਨਾਂ ਦੀ ਗੱਲਾਂ ਤੇ ਲੋਕ ਪਰਵਾਹ ਨਾ ਕਰਦੇ ਹੋਏ ਵੀ ਅੱਜ ਦੇਖ ਲਓ ਇਕੱਠੇ ਹੋਏ ਆ। ਅਗਲਾ 18-19 ਨੂੰ ਅਸੀਂ ਲਖੀਮਪੁਰ ਖੀਰੀ ਜਾ ਰਹੇ ਹਾਂ। ਪੂਰੇ ਦੇਸ਼ ਦੇ ਕਿਸਾਨ ਇਕੱਠੇ ਹੋਣਗੇ, ਉੱਥੇ ਵੱਡੀ ਪੱਧਰ ਤੇ ਰੋਸ ਪ੍ਰਦਰਸ਼ਨ ਕਰਾਂਗੇ। ਉਸ ਤੋਂ ਬਾਅਦ ਅਗਲੀ ਮੀਟਿੰਗ ਦੇ ਵਿੱਚ ਨਵਾਂ ਜਿਹੜਾ ਸੰਘਰਸ਼ ਦੀ ਰੂਪਰੇਖਾ ਲਿਖੀ ਜਾਊਗੀ। ਰੇਲਵੇ ਟਰੈਕ ਦੇ ਨਜ਼ਦੀਕ ਕੀ ਕਾਰਨ ਸੀ? ਅੱਜ ਸੰਯੁਕਤ ਮੋਰਚੇ ਵੱਲੋਂ ਆਪਦੀਆਂ ਮੰਗਾਂ ਦੀ ਖਾਤਰ ਇਹ ਰੇਲਵੇ ਟਰੈਕਾਂ ਤੇ ਔਰ 1-2 ਥਾਵਾਂ ਤੇ ਹਾਈਵੇ ਵੀ ਜਾਮ ਇਹਨਾਂ ਨੇ ਕੀਤੇ ਹੋਏ ਨੇ, ਤੇ ਇਹ 11 ਤੋਂ ਲੈ ਕੇ 3 ਵਜੇ ਤੱਕ ਨੇ। ਜਿਵੇਂ ਮਲੋਟ ਆ, ਉੱਥੇ ਹਾਈਵੇ ਜਾਮ ਕੀਤਾ ਹੋਇਆ ਜਿਹੜਾ ਉੱਚਾ ਪੁਲ ਆ। ਇੱਥੇ ਜਿਹੜੇ ਰੇਲਵੇ ਸਟੇਸ਼ਨ ਤੇ ਜਿਹੜੇ ਇਕੱਠੇ ਹੋ ਰਹੇ ਨੇ, 11 ਵਜੇ ਇਹ ਟ੍ਰੇਨਾਂ ਨੂੰ ਬੰਦ ਕਰ ਦੇਣਗੇ। ਕਿੰਨੀਆਂ ਟੀਮਾਂ ਲਗਾਈਆਂ ਗਈਆਂ ਜੀ, ਜਿਹੜੇ ਪ੍ਰਬੰਧ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ? ਹਾਂ, ਟੀਮਾਂ ਅਸੀਂ ਤਕਰੀਬਨ 550 ਫੋਰਸ ਲੱਗੀ ਹੋਈ ਹੈ ਸਾਡੀ। 25-25 ਦੀਆਂ ਅਸੀਂ ਟੀਮਾਂ ਤਿਆਰ ਕੀਤੀਆਂ ਹੋਈਆਂ। ਥੈਂਕ ਯੂ ਸਰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।